11ਵੀਂ ਸ਼੍ਰੇਣੀ ਦੇ ਲਾਜ਼ਮੀ ਪੰਜਾਬੀ ਦੇ ਸਾਰੇ ਵਿਦਿਆਰਥੀਆਂ ਲਈ ਆਪਾਂ ਜੁਲਾਈ ਤੇ ਅਗਸਤ ਮਹੀਨੇ ਦਾ ਇਹ ਜਿਹੜਾ ਪਾਠਕ੍ਰਮ ਹੈ, ਸਿਲੇਬਸ ਦੀ ਵੰਡ ਹੈ, ਇਹ ਤੁਹਾਡੇ ਸਾਹਮਣੇ ਆ। ਇਸ ਦੇ ਆਧਾਰ ਤੇ ਤੁਹਾਨੂੰ ਪ੍ਰਸ਼ਨ ਪੱਤਰ ਸ਼ਾਇਦ ਆਨਲਾਈਨ ਗੂਗਲ ਫਾਰਮ ਦੇ ਰੂਪ ਵਿੱਚ ਕਿਸੇ ਵੀ ਰੂਪ ਵਿੱਚ ਆਏਗਾ, ਪਰ ਉਹਦੇ ਵਿੱਚ ਧਿਆਨ ਰੱਖਿਆ ਜਾਏ ਕੀ ਕੁਝ ਹੈ। ਪਹਿਲੇ ਭਾਗ ਵਿੱਚ ਲੋਕ ਸਾਹਿਤ ਚੋਂ ਸਿੱਠਣੀਆਂ ਜਿਹੜੀਆਂ ਤੁਸੀਂ ਉਹਨਾਂ ਵੱਲ ਧਿਆਨ ਦੇਣਾ, ਇਹਨਾਂ 'ਚੋਂ ਪ੍ਰਸ਼ਨ ਉੱਤਰ ਆਉਣਗੇ। ਪਰੀ ਕਥਾਵਾਂ 'ਚੋਂ ਨੀਲ ਕਮਲ ਦੀ ਕਥਾ, ਦਫ਼ਤਰੀ ਸ਼ਬਦਾਵਲੀ 'ਚੋਂ ਈ ਤੋਂ ਐਫ ਮਤਲਬ ਉਹ ਸ਼ਬਦ ਜਿਹੜੇ ਅੰਗਰੇਜ਼ੀ ਦੇ ਅੱਖਰ ਈ ਨਾਲ ਸ਼ੁਰੂ ਹੁੰਦੇ ਨੇ ਜਾਂ ਫਿਰ ਤੇ ਐਫ ਨਾਲ ਸ਼ੁਰੂ ਹੁੰਦੇ ਨੇ, ਉਹਨਾਂ ਦਾ ਪੰਜਾਬੀ ਵਿੱਚ ਤੁਸੀਂ ਅਨੁਵਾਦ ਕਰਨਾ ਹੋਏਗਾ। ਇਸ ਤੋਂ ਇਲਾਵਾ ਹੈ ਜੀ ਅਖਬਾਰ ਦੇ ਸੰਪਾਦਕ ਨੂੰ ਪੱਤਰ, ਤੁਹਾਡੇ ਪਾਠ ਪੁਸਤਕ ਵਾਲੇ 12, 13, 14 ਤੇ 16 ਨੰਬਰ ਆਪਾਂ ਹੁਣੇ ਹੀ ਕਰਾਂਗੇ। ਤੇ ਇਸ਼ਤਿਹਾਰ 11 ਤੋਂ ਲੈ ਕੇ 15 ਤੱਕ, ਪੈਰਾ ਰਚਨਾ 13, 14, 15, 16 ਨੰਬਰ ਤੱਕ, ਤੇ ਮੁਹਾਵਰੇ ਹਨ 17 ਤੋਂ ਲੈ ਕੇ 24 ਤੱਕ। ਆਪਾਂ ਇਹਨਾਂ ਨੂੰ ਪੜ੍ਹਦੇ ਹਾਂ। ਪਹਿਲਾਂ ਆਪਾਂ ਇਸ਼ਤਿਹਾਰਾਂ ਦੀ ਗੱਲ ਕਰ ਲਈਏ। ਇਹ ਹਨ ਜਿਹੜੇ ਅਸੀਂ ਅਖਬਾਰਾਂ ਵਗੈਰਾ 'ਚ ਕੋਈ ਆਪਣੀ ਐਡਵਰਟਾਈਜ਼ਮੈਂਟ ਦੇਣ ਲਈ, ਮਸ਼ਹੂਰੀ ਦੇਣ ਲਈ ਵਿਗਿਆਪਨ ਦੇ ਤੌਰ ਤੇ ਵਰਤਦੇ ਹਾਂ। ਇਹ 11 ਤੋਂ 15 ਨੇ। ਤਾਂ 11ਵਾਂ ਹੈ ਟੂਰ ਐਂਡ ਟਰੈਵਲਸ ਦਾ, ਕਿ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੀਆਂ ਮਸ਼ਹੂਰ ਕੰਪਨੀਆਂ ਨੂੰ ਕਾਰਪੈਂਟਰ, ਪੇਂਟਰ, ਕੁੱਕ, ਬਿਜਲੀ ਮਕੈਨਿਕ, ਵੈਲਡਰ, ਡਰਾਈਵਰਾਂ ਦੀ ਤੁਰੰਤ ਜ਼ਰੂਰਤ, 50% ਵੀਜ਼ਾ, ਘੱਟ ਖਰਚ, ਟਰਾਂਸਪੋਰਟ ਤੇ ਜੋ ਵੀ ਯੋਗਤਾ ਦੇ ਦਸਤਾਵੇਜ਼ ਨੇ ਉਹਨਾਂ ਦੇ ਸਮੇਤ ਤੁਸੀਂ ਕਿਸ ਤਰ੍ਹਾਂ ਮਿਲਣਾ ਹੈ, ਉਹ ਸਭ ਕੁਝ ਦੱਸਿਆ ਗਿਆ, ਐਡਰੈਸ ਦਿੱਤਾ ਗਿਆ। ਸੋ ਇਹਦੇ ਵਿੱਚ ਐਡਰੈਸ ਜ਼ਰੂਰੀ ਹੈ, ਕਿੱਥੇ ਬੰਦਾ ਆਵੇ, ਤੇ ਨਾਲ ਉਸ ਦੀ ਯੋਗਤਾ ਮੰਗਣੀ ਆ, ਕਿਹਨੂੰ ਕਿੱਥੇ ਕਿਹੜੀ ਅਸਾਮੀ ਲਈ ਲੋੜ ਹੈ ਉਹ ਦੱਸਿਆ ਜਾਣਾ ਜ਼ਰੂਰੀ ਹੈ। ਤੇ ਯਾਦ ਰੱਖਿਓ ਵਿਗਿਆਪਨ ਹਮੇਸ਼ਾ ਸੰਖੇਪ 'ਚ ਹੁੰਦੇ ਆ। ਸੰਖੇਪ 'ਚ ਕਿਉਂ ਹੁੰਦੇ ਆ? ਕਿਉਂਕਿ ਇਹ ਅਖਬਾਰਾਂ ਵਗੈਰਾ 'ਚ ਲੱਗਦੇ ਨੇ ਤੇ ਇਹਨਾਂ ਦਾ ਬਕਾਇਦਾ ਖਰਚਾ ਪੈਂਦਾ। 12ਵਾਂ ਵੇਖੋ, ਕੁਕਿੰਗ ਸਿੱਖੋ। ਸੋ ਇਹ ਕੋਈ ਅਜਿਹੀ ਸੰਸਥਾ ਜਿਹੜੀ ਕੁਕਿੰਗ ਸਿਖਾਉਂਦੀ ਹੈ। ਕੁਕਿੰਗ ਮਤਲਬ ਖਾਣਾ ਬਣਾਉਣਾ, ਖਾਣਾ ਪਕਾਉਣਾ ਸਿਖਾਉਂਦੀ ਹੈ। ਲਵੀ ਕੁਕਿੰਗ ਸਕੂਲ ਸਰਕਾਰ ਤੋਂ ਮਨਜ਼ੂਰਸ਼ੁਦਾ ਮਤਲਬ ਜਿਸ ਨੂੰ ਕਿ ਸਰਕਾਰ ਵੱਲੋਂ ਮਨਜ਼ੂਰੀ ਮਿਲੀ ਹੋਈ ਹੈ, ਪ੍ਰਵਾਨ ਹੈ। ਰੁਜ਼ਗਾਰ ਤੇ ਸਿਖਲਾਈ ਸੰਸਥਾਨ ਤੋਂ ਪ੍ਰਮਾਣਿਤ, ਲੰਮਾ ਤਜਰਬਾ, ਚੰਗੇ ਨਤੀਜੇ, ਵਿਦੇਸ਼ ਜਾਣ 'ਚ ਸਹਾਇਤਾ, ਹੋਸਟਲ ਦੀ ਸੁਵਿਧਾ। ਅੱਗੋਂ ਐਡਰੈਸ ਲਿਖ ਦੇਣਾ। ਇਸੇ ਤਰ੍ਹਾਂ ਗੀਤ ਸੰਗੀਤ ਰਿਕਾਰਡ ਕਰਨ ਲਈ, ਕੋਈ ਵੀਡੀਓ ਬਣਾਉਣ ਲਈ ਗਾਇਕ, ਗੀਤਕਾਰ, ਮਾਡਲ ਕਿੱਥੇ ਸੰਪਰਕ ਕਰਨ ਉਹ ਦੱਸਿਆ ਗਿਆ। ਵਿਆਹ ਸ਼ਾਦੀ ਲਈ ਹਰ ਪ੍ਰਕਾਰ ਦੇ NRI, ਵਪਾਰੀ, ਖੇਤੀਬਾੜੀ, ਸਰਕਾਰੀ ਨੌਕਰੀ ਵਾਲੇ ਰਿਸ਼ਤਿਆਂ ਲਈ, ਜਿਸ ਤਰ੍ਹਾਂ ਮੈਰਿਜ ਬਿਊਰੋ ਕੰਮ ਕਰਦੀ ਹੈ, ਉਸ ਨਾਲ ਸੰਬੰਧਿਤ ਹੈ। ਕਲਾਕਾਰਾਂ ਦੀ ਲੋੜ, ਕਿ ਕੋਈ ਸੱਭਿਆਚਾਰਕ ਪ੍ਰੋਗਰਾਮ ਅਸੀਂ ਕਰਾਉਣਾ, ਉਹਦੇ ਲਈ ਕਲਾਕਾਰਾਂ ਦੀ ਬੁਕਿੰਗ ਕਰਨੀ ਹੈ ਤਾਂ ਕਿੱਥੇ ਸੰਪਰਕ ਕੀਤਾ ਜਾਵੇ। ਸੋ ਉਸ ਆਧਾਰ ਤੇ ਆ ਕਿ ਸੱਭਿਆਚਾਰਕ ਸਮਾਗਮਾਂ 'ਚ ਰੁਚੀ ਤੇ ਮੁਹਾਰਤ ਰੱਖਣ ਵਾਲੇ ਕਲਾਕਾਰਾਂ ਦੀ ਤੁਰੰਤ ਜ਼ਰੂਰਤ। ਚਾਹਵਾਨ, ਤਾਜ਼ਾ ਫੋਟੋ, ਤਜਰਬੇ ਤੇ ਵਿਦਿਅਕ ਯੋਗਤਾ ਸਹਿਤ ਆਪਣੇ ਦਸਤਾਵੇਜ਼ ਲੈ ਕੇ ਮਿਲੋ। ਕਮਰਾ ਨੰਬਰ 22, ਦੂਰਦਰਸ਼ਨ ਕੇਂਦਰ ਜਲੰਧਰ। ਸੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੈਰਾ ਰਚਨਾ ਦੀ। ਪੈਰਾ ਰਚਨਾ ਵਿੱਚ ਜਿਵੇਂ ਸਲੀਕਾ, 15ਵਾਂ ਪੈਰਾ, ਤਾਂ ਇਸ ਦਾ ਮਤਲਬ ਹੈ ਕਿ ਸਲੀਕਾ ਜਾਂ ਸੁਚੱਜ। ਪਹਿਲਾਂ ਅਸੀਂ ਪੈਰੇ ਵਿੱਚ ਉਹ ਸਭ ਦੱਸਣਾ ਜਿਹੜਾ ਕਿ ਸਿਰਲੇਖ 'ਚ ਸਪਸ਼ਟ ਕੀਤਾ ਗਿਆ। ਮਤਲਬ ਇਹ ਕਿ ਸਿਰਲੇਖ ਕਿਸ ਚੀਜ਼ ਬਾਰੇ ਆ, ਸਲੀਕਾ ਕੀ ਹੁੰਦਾ, ਇਹ ਦੱਸਣ ਤੋਂ ਬਾਅਦ ਫਿਰ ਅਸੀਂ ਦੱਸਣਾ ਕਿ ਸਲੀਕੇ ਦਾ ਕੀ ਫਾਇਦਾ, ਕਿੱਥੇ ਕਿੱਥੇ ਕੰਮ ਆਉਂਦਾ ਹੈ, ਕਿਸ ਤਰ੍ਹਾਂ ਅਸੀਂ ਸਲੀਕਾ ਸਿੱਖ ਸਕਦੇ ਹਾਂ। ਸੋ ਇਹਦੇ ਨਾਲ ਸੰਬੰਧਿਤ ਤੁਸੀਂ ਕੋਈ ਕਵਿਤਾ ਦੀ ਸਤਰ ਵੀ ਵਰਤ ਸਕਦੇ ਹੋ ਕਿ ਹਰ ਕੰਮ ਸਾਨੂੰ ਸਲੀਕੇ ਨਾਲ ਕਰਨਾ ਚਾਹੀਦਾ। ਕੋਈ ਅਖਾਣ ਆ, ਕੋਈ ਮੁਹਾਵਰਾ, ਕੁਝ ਵੀ ਆ, ਤੁਸੀਂ ਉਹ ਵਰਤ ਸਕਦੇ ਹੋ। ਅਗਲਾ ਹੈ ਮਨੋਰੰਜਨ। ਜੇ ਆਪਾਂ ਮਨੋਰੰਜਨ ਦੀ ਗੱਲ ਕਰੀਏ ਤਾਂ ਮਨੋਰੰਜਨ ਜਿਹੜਾ ਸਾਡੇ ਮਨ ਨੂੰ ਖੁਸ਼ੀ ਦੇਣ ਵਾਲਾ ਕੋਈ ਵੀ ਕੰਮ ਆ, ਕੋਈ ਵੀ ਇਸ ਤਰ੍ਹਾਂ ਦਾ ਰੁਝੇਵਾਂ ਜਿਹੜਾ ਸਾਡੇ ਮਨ ਨੂੰ ਖੁਸ਼ੀ ਦੇਵੇ, ਤਰੋ-ਤਾਜ਼ਾ ਬਣਾਵੇ, ਜਿਵੇਂ ਕਿ ਫਿਲਮਾਂ ਵੇਖਣੀਆਂ, ਨੱਚਣਾ, ਗਾਉਣਾ, ਖੇਡਣਾ, ਸਭ ਮਨੋਰੰਜਨ ਆ। ਮਨੋਰੰਜਨ ਦੇ ਸਾਧਨ ਸਾਡੇ ਕੀ ਆ? TV, ਰੇਡੀਓ, ਮੋਬਾਈਲ, ਸੋਸ਼ਲ ਮੀਡੀਆ, ਇਹਨਾਂ ਰਾਹੀਂ ਅਸੀਂ ਮਨੋਰੰਜਨ ਕਰਦੇ ਹਾਂ। ਕਈਆਂ ਨੂੰ ਪੜ੍ਹਨ 'ਚ ਵੀ ਖੁਸ਼ੀ ਮਿਲਦੀ ਆ। ਸੋ ਮਨੋਰੰਜਨ ਕਰਦੇ ਕਰਦੇ ਅਸੀਂ ਕਿਵੇਂ ਚੰਗਾ ਜੀਵਨ, ਚੰਗੀ ਸਿੱਖਿਆ ਹਾਸਲ ਕਰਨੀ ਆ, ਉਹ ਸਾਨੂੰ ਆਪਣੀ ਸਿੱਖਿਆ ਰਾਹੀਂ, ਆਨਲਾਈਨ ਸਿੱਖਿਆ ਰਾਹੀਂ ਵੀ ਪਤਾ ਲੱਗ ਰਿਹਾ। ਭਾਸ਼ਣ ਕਲਾ, ਸਾਡੇ 'ਚ ਬੋਲਣ ਦਾ ਹੁਨਰ ਕੀ ਹੈ, ਕਿੰਨਾ ਕੁ ਵਧੀਆ ਭਾਸ਼ਣ ਦੇ ਸਕਦੇ ਹਾਂ, ਕਿਉਂਕਿ ਭਾਸ਼ਣ ਦੀ ਲੋੜ ਨੇਤਾਵਾਂ ਨੂੰ ਵੀ ਪੈਂਦੀ ਆ ਤੇ ਆਮ ਜੀਵਨ ਦੇ ਵਿੱਚ ਵੀ ਭਾਸ਼ਣ ਤੋਂ ਬਿਨਾਂ
ਸਫਲ ਹੋਣਾ ਬੜਾ ਮੁਸ਼ਕਿਲ ਹੈ। ਸੋ ਬੋਲਣ ਦਾ ਜਿਹੜਾ ਸਾਡਾ ਹੁਨਰ ਹੈ ਉਸ ਨਾਲ ਇਹ ਸੰਬੰਧਿਤ ਹੈ। ਅਗਲਾ ਪੈਰਾ ਹੈ ਸਾਡਾ ਆਸ। ਆਸ ਤੋਂ ਮਤਲਬ ਉਮੀਦ ਹੋਣੀ। ਤਾਂ ਤੁਸੀਂ ਆਪਣੇ ਵੱਲੋਂ ਲਿਖੋਗੇ ਤਾਂ ਹੋਰ ਵੀ ਚੰਗਾ ਲੱਗੇਗਾ। ਜ਼ਰੂਰੀ ਨਹੀਂ ਤੁਸੀਂ ਸਾਰਾ ਕਿਤਾਬ ਵਾਲਾ ਹੀ ਲਿਖਣਾ, ਬਲਕਿ ਆਪਣੇ ਵੱਲੋਂ ਲਿਖੋ ਤੇ ਦੱਸੋ ਕਿ ਉਮੀਦ ਆਸ ਦਾ ਪੱਲਾ ਫੜਨ ਨਾਲ ਕਿੰਨਾ ਫਾਇਦਾ ਹੁੰਦਾ। ਬਿਮਾਰੀ ਘੱਟ ਲੱਗਦੀ ਆ, ਬੰਦਾ ਛੇਤੀ ਠੀਕ ਹੋ ਜਾਂਦਾ। ਜਿਹੜਾ ਪਹਿਲਾਂ ਹੀ ਤੰਦਰੁਸਤ ਆ ਉਹ ਅਕਸਰ ਤੰਦਰੁਸਤ ਹੀ ਰਹਿੰਦਾ, ਬਿਮਾਰ ਹੁੰਦਾ ਹੀ ਨਹੀਂ ਹੈ, ਆਪਣੀਆਂ ਮੰਜ਼ਿਲਾਂ ਹਾਸਲ ਕਰ ਲੈਂਦਾ। ਤੇ ਨਾਲ ਤੁਸੀਂ ਇਹਦੇ ਨਾਲ ਜੁੜੀ ਹੋਈ ਕੋਈ ਵੀ ਕੋਟੇਸ਼ਨ ਯੂਜ਼ ਕਰ ਸਕਦੇ ਹੋ, ਜਿਵੇਂ ਜਦ ਤੱਕ ਸਾਸ ਤਦ ਤੱਕ ਆਸ। ਅੱਗੇ ਆਪਾਂ ਜੇ ਅਖਬਾਰ ਸੰਪਾਦਕ ਨੂੰ ਪੱਤਰਾਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਤੁਹਾਨੂੰ ਹੈਗੇ ਨੇ ਪੱਤਰ ਜਿਵੇਂ ਨੰਗੇਜ਼ਵਾਦ ਜੋ ਟੀਵੀ ਤੇ ਆ ਉਸ ਨੂੰ ਠੱਲ ਪਾਉਣ ਲਈ ਅਖਬਾਰ ਸੰਪਾਦਕ ਨੂੰ ਪੱਤਰ ਲਿਖੋ। ਤਾਂ ਬੱਚਿਓ ਇਹਦੇ ਵਿੱਚ ਤੁਸੀਂ ਇੱਕ ਐਡਰੈਸ ਦਾ ਖਿਆਲ ਰੱਖਣਾ ਕਿ ਕੋਈ ਵੀ ਪੱਤਰ ਅਖਬਾਰ ਸੰਪਾਦਕ ਨੂੰ ਲਿਖਣਾ ਤਾਂ ਉੱਪਰ ਖੱਬੇ ਹੱਥ ਜਿਵੇਂ ਬਿਲਕੁਲ ਸਕਰੀਨ ਤੇ ਦੇਖ ਰਹੇ ਹੋ ਸੇਵਾ ਵਿਖੇ। ਉਸ ਤੋਂ ਬਾਅਦ ਆ ਜਾਏਗਾ ਸਾਡਾ ਸੰਪਾਦਕ ਸਾਹਿਬ, ਰੋਜ਼ਾਨਾ ਅਜੀਤ, ਜਲੰਧਰ। ਸੇਵਾ ਵਿਖੇ ਤੋਂ ਬਾਅਦ ਕੌਮਾ ਨਹੀਂ ਪਾਉਣਾ, ਸੰਪਾਦਕ ਸਾਹਿਬ ਤੋਂ ਬਾਅਦ ਵੀ ਕੌਮਾ ਆਏਗਾ, ਰੋਜ਼ਾਨਾ ਅਜੀਤ ਤੋਂ ਬਾਅਦ ਵੀ, ਜਲੰਧਰ ਤੋਂ ਬਾਅਦ ਡੰਡੀ ਪੂਰਨ ਵਿਰਾਮ ਪਾਉਣਾ। ਫਿਰ ਵਿਸ਼ਾ ਕੀ ਹੈ ਸਾਡਾ, ਜਿਵੇਂ ਟੀਵੀ ਉੱਤੇ ਨੰਗੇਜ਼ਵਾਦ ਨੂੰ ਠੱਲ ਪਾਉਣ ਸੰਬੰਧੀ ਜੋ ਵੀ ਤੁਹਾਡੇ ਪ੍ਰਸ਼ਨ ਪੱਤਰ 'ਚ ਲਿਖਿਆ ਹੁੰਦਾ, ਉਸ ਤੋਂ ਅੱਗੇ ਸ਼੍ਰੀਮਾਨ ਜੀ ਕੌਮਾ ਪਾ ਕੇ ਸੰਬੋਧਨ ਕਰਕੇ ਪੂਰਾ ਵਿਖਿਆਨ ਦੱਸਣਾ ਕਿ ਅੱਜ ਕੱਲ੍ਹ ਕਿਵੇਂ ਕਿਵੇਂ ਸਾਡੀਆਂ ਫਿਲਮਾਂ ਦੇ ਵਿੱਚ ਲੱਚਰਤਾ ਵੱਧ ਰਹੀ ਆ ਤੇ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰਨ ਦੇ ਲਈ ਇਹ ਸਭ ਹੋ ਚੱਲ ਰਿਹਾ ਤੇ ਉਸ ਪਿੱਛੋਂ ਕਿਵੇਂ ਇਸ ਨੂੰ ਠੱਲ ਪਾਈ ਜਾ ਸਕਦੀ ਆ। ਸਾਡਾ ਮੀਡੀਆ, ਅਸੀਂ ਸਾਰੇ ਰਲ ਕੇ ਇਸ ਨੂੰ ਰੋਕ ਸਕਦੇ ਹਾਂ। ਚੰਗੇ ਸਾਹਿਤ ਨੂੰ, ਚੰਗੇ ਜਿਹੜੇ ਸਾਡੇ ਪ੍ਰੋਗਰਾਮਸ ਨੇ ਉਹਨਾਂ ਨੂੰ ਅੱਗੇ ਲਿਆ ਕੇ ਚੰਗੀਆਂ ਫਿਲਮਾਂ ਨੂੰ ਅਗਰ ਅਸੀਂ ਉਤਸ਼ਾਹਿਤ ਕਰੀਏ ਤਾਂ ਇਹ ਸਮੱਸਿਆ ਰੁਕ ਸਕਦੀ ਆ। ਧੰਨਵਾਦ ਸਾਹਿਤ। ਤੁਹਾਡਾ ਸ਼ੁਭ ਚਿੰਤਕ ਜਾਂ ਵਿਸ਼ਵਾਸ ਪਾਤਰ, ਫਿਰ ਆਪਣਾ ਨਾਂ ਲਿਖ ਦੇਣਾ ਤੇ ਪਤਾ। ਇਸੇ ਤਰ੍ਹਾਂ ਆਤਮ ਹੱਤਿਆਵਾਂ ਦੇ ਰੁਝਾਨ ਸੰਬੰਧੀ ਤੁਸੀਂ ਦੇਖੋ ਪਤਾ ਤੁਹਾਡਾ ਸੇਮ ਉਹੀ ਰਹਿ ਰਿਹਾ, ਬਸ ਵਿਚਲਾ ਵਿਖਿਆਨ ਹੀ ਬਦਲ ਰਿਹਾ ਵਾ। ਆਤਮ ਹੱਤਿਆ ਮਤਲਬ ਖੁਦਕੁਸ਼ੀਆਂ ਕਿਉਂ ਕਰਦੇ ਆ ਲੋਕ, ਕਿਵੇਂ ਇਸ ਤੋਂ ਬਚਿਆ ਜਾ ਸਕਦਾ। ਅੱਗੇ ਹੈ ਤੁਸੀਂ ਇਹਦੇ ਵਿੱਚ ਪਤੇ 'ਚ ਜ਼ਰਾ ਧਿਆਨ ਨਾਲ ਦੇਖੋ, ਮੁੱਖ ਸੰਪਾਦਕ ਆਇਆ ਕਿਉਂਕਿ ਪੱਤਰ ਦੇ ਵਿੱਚ ਇਹ ਆ ਕਿ ਜੇ ਮੁੱਖ ਸੰਪਾਦਕ ਨੂੰ ਪੱਤਰ ਲਿਖਣਾ, ਤੁਸੀਂ ਪ੍ਰਸ਼ਨ ਪੱਤਰ 'ਚ ਕੁਐਸਚਨ ਪੇਪਰ 'ਚ ਚੰਗੀ ਤਰ੍ਹਾਂ ਪੜ੍ਹਨਾ ਕਿ ਪੱਤਰ ਲਿਖਣਾ ਕਿਹਨੂੰ ਆ। ਜੇ ਮੁੱਖ ਸੰਪਾਦਕ ਨੂੰ ਲਿਖਿਆ ਤਾਂ ਆਪਾਂ ਮੁੱਖ ਸੰਪਾਦਕ ਸਾਹਿਬ ਨੂੰ ਸੰਬੋਧਿਤ ਕਰਾਂਗੇ, ਜੇ ਸੰਪਾਦਕ ਸਾਹਿਬ ਲਿਖਿਆ ਤਾਂ ਸੰਪਾਦਕ ਨੂੰ। ਵਿਦੇਸ਼ਾਂ ਦੇ ਝੰਜਟ ਦੇ ਵਿੱਚ, ਉਸ ਝਾਂਸੇ ਦੇ ਵਿੱਚ ਆ ਕੇ ਕਿਵੇਂ ਲੋਕ ਠੱਗੀਆਂ ਮਾਰ ਕੇ ਗੁੰਮਰਾਹ ਕਰਦੇ ਆ ਉਹਨਾਂ ਬਾਰੇ ਦੱਸਿਆ ਗਿਆ, ਜਿਹਨੂੰ ਅਸੀਂ ਕਬੂਤਰਬਾਜ਼ੀ ਵੀ ਕਹਿੰਦੇ ਆ ਕਿ ਵਿਦੇਸ਼ੀ ਏਜੰਟ ਕਿਵੇਂ ਝਾਂਸੇ ਚਲਾ ਕੇ ਸਾਡਾ ਨੁਕਸਾਨ ਕਰਦੇ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਸ਼ਤਿਹਾਰ ਪੱਤਰ ਪੜ੍ਹਨ ਤੋਂ ਬਾਅਦ ਪੈਰਾ ਰਚਨਾ ਜਿਹੜੀ ਉਹ ਕਰਨ ਤੋਂ ਬਾਅਦ ਹੁਣ ਆਪਾਂ ਜਿਹੜੇ ਸਾਡੇ ਮੁਹਾਵਰੇ ਹੈਗੇ ਆ ਉਹਨਾਂ ਦੀ ਗੱਲ ਕਰਦੇ ਆ। ਧਿਆਨ ਨਾਲ ਦੇਖੋ 17 ਤੋਂ 24 ਤੱਕ ਜਿਹੜੇ ਸਾਡੇ ਮੁਹਾਵਰੇ ਨੇ ਅਸੀਂ ਉਹਨਾਂ ਦੀ ਗੱਲ ਕਰਨੀ ਆ। ਮੁਹਾਵਰੇ ਉਹੀ ਜਿਵੇਂ ਅਸੀਂ ਪਹਿਲਾਂ ਵੀ ਪੜ੍ਹਦੇ ਸੀ ਕਿ ਜਿਨ੍ਹਾਂ ਦੇ ਅਰਥ ਸਿਰਫ ਉਹੀ ਨਹੀਂ ਹੁੰਦੇ ਜੋ ਸ਼ਬਦਿਕ ਅਰਥ ਨੇ, ਬਲਕਿ ਇਸ ਪਿੱਛੇ ਉਹਨਾਂ ਦਾ ਕੋਈ ਹੋਰ ਅਰਥ ਛੁਪਿਆ ਹੁੰਦਾ। ਅਸੀਂ ਉਹਨਾਂ ਨੂੰ ਧਿਆਨ ਨਾਲ ਦੇਖਣਾ ਤੇ ਫਿਰ ਅੰਗਰੇਜ਼ੀ ਤੋਂ ਜਿਹੜੇ ਪੰਜਾਬੀ 'ਚ ਅਨੁਵਾਦ ਦੇ ਸ਼ਬਦ ਵੀ ਪੜ੍ਹਾਂਗੇ। 17ਵਾਂ ਸਾਡਾ ਮੁਹਾਵਰਾ ਜਿਹੜਾ ਉਹ ਸਾਰੇ ਅਸੀਂ ਇਸ ਤਰ੍ਹਾਂ ਦੇਖ ਲੈਣੇ ਨੇ। ਆਹ ਦੇਖੋ ਧਿਆਨ ਨਾਲ। 17ਵਾਂ ਹੱਥ ਉੱਤੇ ਹੱਥ ਧਰ ਕੇ ਬਹਿਣਾ ਮਤਲਬ ਬਿਲਕੁਲ ਵਿਹਲੇ ਬੈਠਣਾ, ਇਹ ਸਾਡਾ ਹੈ ਅਰਥ। ਤੇ ਅੱਗੋਂ ਜਦੋਂ ਵਾਕ ਬਣਾਉਣਾ ਤਾਂ ਯਾਦ ਰੱਖਿਓ ਵਾਕ ਦੇ ਵਿੱਚ ਮੁਹਾਵਰੇ ਨੂੰ ਜ਼ਰੂਰ ਵਰਤਣਾ ਤੇ ਫਿਰ ਅੰਡਰਲਾਈਨ ਕਰਨਾ, ਉਹਦੇ ਹੇਠਾਂ ਲਕੀਰ ਖਿੱਚਣੀ ਆ ਵੀ ਤੁਸੀਂ ਕਿੱਥੇ ਉਹ ਮੁਹਾਵਰਾ ਵਰਤਿਆ। ਹੱਥ ਵਟਾਉਣਾ ਜਿਵੇਂ ਘਰ ਦੇ ਕੰਮਾਂ 'ਚ ਤੁਸੀਂ ਹੱਥ ਵਟਾਉਂਦੇ ਹੋ, ਸਹਾਇਤਾ ਕਰਨੀ, ਕੰਮ ਵਿੱਚ ਮਦਦ ਕਰਨੀ। ਇਸੇ ਤਰ੍ਹਾਂ ਅਗਲਾ ਸਾਡਾ ਮੁਹਾਵਰਾ ਹੈ ਹਵਾ ਦੇ ਘੋੜੇ ਤੇ ਸਵਾਰ ਹੋਣਾ, ਹੰਕਾਰ ਵਿੱਚ ਰਹਿਣਾ, ਕਸਵੱਟੀ ਉੱਪਰ ਲਾਉਣਾ, ਕਿਸੇ ਨੂੰ ਪਰਖਣਾ। ਕਸਵੱਟੀ ਹੁੰਦੀ ਹੈ ਜਿਹੜੀ ਪਰਖ ਕਰੇ। ਕਣਕ ਨਾਲ ਘੁਣ ਵੀ ਪਿਸਣਾ, ਜਦੋਂ ਕਣਕ ਪੀਸੀ ਜਾਂਦੀ ਆ ਤਾਂ ਉਹਦੇ ਨਾਲ ਜਿਹੜਾ ਘੁਣ ਹੁੰਦਾ ਉਹ ਵੀ ਪਿਸ ਜਾਂਦਾ। ਸੋ ਦੋਸ਼ੀ ਦੇ ਨਾਲ ਬੇਦੋਸ਼ੇ ਦਾ ਵੀ ਮਾਰਿਆ ਜਾਣਾ। ਕਸੂਰਵਾਰ ਦੇ ਨਾਲ ਨਾਲ ਬੇਕਸੂਰੇ ਦਾ ਫਸ ਜਾਣਾ। ਕੱਖ ਭੰਨ ਕੇ ਦੂਹਰਾ ਨਾ ਕਰਨਾ, ਕੱਖ ਹੁੰਦਾ ਤੀਲਾ ਜਿਹਾ, ਤੇ ਜੇ ਕੋਈ ਡੱਕੇ ਨੂੰ ਵੀ ਭੰਨ ਕੇ ਦੂਹਰਾ ਨਾ ਕਰੇ ਮਤਲਬ ਕੋਈ ਕੰਮ ਨਾ ਕਰੇ, ਬਿਲਕੁਲ ਵਿਹਲਾ ਰਹੇ, ਉਸ ਲਈ ਇਹ ਵਰਤਿਆ ਜਾਂਦਾ। ਕਲਮ ਦੇ ਧਨੀ ਹੋਣਾ, ਬਹੁਤ ਵਧੀਆ ਲਿਖਾਰੀ ਹੋਣਾ। ਇਸੇ ਤਰ੍ਹਾਂ ਕਿਤਾਬੀ ਕੀੜਾ ਹੋਣਾ,
ਹਮੇਸ਼ਾ ਪੜ੍ਹਦੇ ਰਹਿਣਾ ਤਾਂ ਹੋਰ ਬਹੁਤ ਸਾਰੇ ਮੁਹਾਵਰੇ ਨੇ। ਹੁਣ ਆਪਾਂ ਜਾਂਦੇ ਜਾਂਦੇ ਗੱਲ ਕਰਦੇ ਹਾਂ ਅੰਗਰੇਜ਼ੀ ਦੇ ਸ਼ਬਦਾਂ ਦਾ ਪੰਜਾਬੀ ਦੇ ਵਿੱਚ ਕੀ ਅਨੁਵਾਦ ਹੈ। ਤੁਹਾਨੂੰ ਈ ਤੋਂ ਲੈ ਕੇ ਐਫ ਤੱਕ ਦੇ ਸ਼ਬਦ ਹਨ, ਧਿਆਨ ਨਾਲ ਵੇਖੋ। अर्ली एक्शन विल बी हाईली अप्रीशिएटेड। अर्ली ਹੁੰਦਾ ਜਲਦੀ, ਐਕਸ਼ਨ ਕਾਰਵਾਈ, ਅਪਰੀਸ਼ੀਏਟਡ ਜਿਸ ਦੀ ਪ੍ਰਸ਼ੰਸਾ ਹੋਵੇ, ਸ਼ਲਾਘਾ ਹੋਵੇ। ਸੋ ਛੇਤੀ ਕਾਰਵਾਈ ਦੀ ਸ਼ਲਾਘਾ ਕੀਤੀ ਜਾਵੇਗੀ ਜਾਂ ਜਲਦੀ ਕਾਰਵਾਈ ਸ਼ਲਾਘਾਯੋਗ ਹੋਵੇਗੀ। अर्ली ऑर्डर्स आर सोलिसिटेड। ਛੇਤੀ ਆਦੇਸ਼ਾਂ ਲਈ ਬੇਨਤੀ ਹੈ। अर्नड लीव ਕਮਾਈ ਛੁੱਟੀ, ਇਹ ਬਹੁਤ ਮਹੱਤਵਪੂਰਨ ਹੈ, ਮੈਂ ਨਾਲ ਇਹ ਵੀ ਦੱਸ ਦਿੰਦੀ ਹਾਂ ਕਿ ਬਹੁਤ ਇੰਪੋਰਟੈਂਟ ਵਰਡ ਹੈ अर्नड लीव, ਕਮਾਈ ਛੁੱਟੀ, ਹੱਕੀ ਛੁੱਟੀ। ਐਫੀਸ਼ੈਂਸੀ ਬਾਰ ਨਿਪੰਨਤਾ ਰੋਕ, ਜਿੱਥੇ ਆ ਕਿ ਨਿਪੁੰਨਤਾ ਜਿਹੜੀ ਸਾਡੀ ਮਾਹਰਾਨਾ ਰੋਕ ਹੁੰਦੀ ਹੈ। ਐਲੀਜੀਬਿਲਟੀ ਬਹੁਤ ਮਹੱਤਵਪੂਰਨ ਸ਼ਬਦ ਹੈ। ਐਲੀਜੀਬਿਲਟੀ ਦਾ ਮਤਲਬ ਹੈ ਪਾਤਰਤਾ ਜਾਂ ਯੋਗਤਾ ਹੋਣੀ। ਤੇ ਉਸ ਤੋਂ ਅੱਗੇ ਹੈ ਐम्बेजलमेंट, ਇਹ ਘੁਟਾਲੇ ਨੂੰ ਕਿਹਾ ਜਾਂਦਾ। ਗਵਨ ਜਿਹੜਾ ਹੁੰਦਾ ਉਹਨੂੰ ਐम्बेजलमेंट ਬੋਲਦੇ ਨੇ। ਐਮਪਲੋਈ ਸ਼ਬਦ ਬਹੁਤ ਮਹੱਤਵਪੂਰਨ ਹੈ। ਕਰਮਚਾਰੀ ਜਾਂ ਮੁਲਾਜ਼ਮ ਨੂੰ ਐਮਪਲੋਈ ਕਿਹਾ ਜਾਂਦਾ ਹੈ। ਐਨਕਲੋਜ਼ਰ ਸਹਿ ਪੱਤਰ, ਐਂਡੋਰਸਮੈਂਟ ਪਿਠਾਂਕਣ। ਐਂਟਰੀ ਬੜਾ ਇੰਪੋਰਟੈਂਟ ਵਰਡ ਆ। ਇੰਦਰਾਜ ਜਾਂ ਦਾਖਲਾ ਜਾਂ ਪ੍ਰਵੇਸ਼, ਸੌਖਾ ਸ਼ਬਦ ਪਾ ਸਕਦੇ ਹੋ ਜਿਹੜਾ ਤੁਹਾਡੀ ਕਿਤਾਬ ਤੇ ਨਹੀਂ ਲਿਖਿਆ ਪਰ ਤੁਸੀਂ ਲਿਖ ਸਕਦੇ ਹੋ, ਦਾਖਲਾ ਜਾਂ ਪ੍ਰਵੇਸ਼। ਇਸੈਂਸ਼ੀਅਲ ਕੁਆਲੀਫਿਕੇਸ਼ਨ, ਇਸੈਂਸ਼ੀਅਲ ਮਤਲਬ ਜ਼ਰੂਰੀ ਤੇ ਕੁਆਲੀਫਿਕੇਸ਼ਨ ਹੈ ਸਾਡੀ ਯੋਗਤਾ, ਜ਼ਰੂਰੀ ਯੋਗਤਾ। ਐਸਟੀਮੇਟ ਅੰਦਾਜ਼ਾ ਜਾਂ ਅਨੁਮਾਨ, ਇਹ ਵੀ ਮਹੱਤਵਪੂਰਨ ਆ। ਇਵੈਲੂਏਸ਼ਨ ਬੜਾ ਮਹੱਤਵਪੂਰਨ ਆ, ਮੁਲਾਂਕਣ। ਐਕਸਰਸਾਈਜ਼ ਆਫ ਪਾਵਰਸ, ਅਧਿਕਾਰਾਂ ਦੀ ਵਰਤੋਂ। ਐਕਸ ਆਫੀਸ਼ੀਓ, ਪਦਵੀ ਜਾਂ ਅਹੁਦੇ ਕਾਰਨ। ਫੈਕਟ ਐਂਡ ਫਿਗਰ, ਫੈਕਟ ਹੋ ਗਿਆ ਸਾਡੇ ਤੱਥ, ਫਿਗਰ ਹੋ ਗਿਆ ਅੰਕੜੇ, ਤੱਥ ਅਤੇ ਅੰਕੜੇ। ਫਾਈਲ, ਅਸੀਂ ਅਕਸਰ ਫਾਈਲ ਸ਼ਬਦ ਦੀ ਵਰਤੋਂ ਕਰਦੇ ਹਾਂ, ਹੈ ਨਾ, ਜਿਵੇਂ ਫਾਈਲ ਫੜਾ ਲਈ, ਫਾਈਲ ਤੁਸੀਂ ਤਿਆਰ ਕਰਦੇ ਹੋ, ਅਸਾਈਨਮੈਂਟ ਬਣਾਉਂਦੇ ਹੋ। ਸੋ ਫਾਈਲ ਨੂੰ ਪੰਜਾਬੀ 'ਚ ਕੀ ਕਹਿੰਦੇ ਆ? ਹੁਣ ਇੱਥੇ ਰੌਚਕ ਗੱਲ ਇਹ ਆ ਕਿ ਤੁਸੀਂ ਅੰਗਰੇਜ਼ੀ 'ਚ ਇਹਦਾ ਸ਼ਬਦ ਜਾਣਦੇ ਹੋ ਫਾਈਲ, ਪੰਜਾਬੀ 'ਚ ਇਸ ਨੂੰ ਮਿਸਲ ਕਹਿੰਦੇ ਆ। ਫਾਈਨੈਂਸ਼ੀਅਲ ਈਅਰ, ਵਿੱਤੀ ਸਾਲ। ਫॉर ਕਮੈਂਟਸ, ਟਿੱਪਣੀ ਹਿੱਤ। ਫॉर ਡਿਸਪੋਜ਼ਲ, ਨਿਪਟਾਰੇ ਹਿੱਤ। ਫॉर ਇਨਫੋਰਮੇਸ਼ਨ, ਸੂਚਨਾ ਹਿੱਤ। ਫਾਰਮਲ ਅਪਰੂਵਲ, ਰਸਮੀ ਪ੍ਰਵਾਨਗੀ। ਫॉर ਸਟ੍ਰਿਕਟ ਕੰਪਲੀਐਂਸ, ਇਨ ਬਿਨ ਪਾਲਣਾ, ਬਿਲਕੁਲ ਹੂਬਹੂ ਪਾਲਣਾ ਕੀਤੀ ਜਾਵੇ। ਬਸ ਇਹ ਕੁਝ ਸ਼ਬਦ ਸੀਗੇ ਜਿਨ੍ਹਾਂ ਦੇ ਰਾਹੀਂ ਆਪਾਂ ਆਪਣਾ ਇਹ ਸਿਲੇਬਸ ਹੈ ਜਿਹੜਾ ਇਸ ਮਹੀਨੇ ਦਾ ਕੀਤਾ। ਬਹੁਤ ਬਹੁਤ ਧੰਨਵਾਦ। ਹੋਰ ਵੀਡੀਓਜ਼ ਲੈ ਕੇ ਵੀ ਹਾਜ਼ਰ ਹੋਵਾਂਗੇ। ਚੰਗੀ ਤਰ੍ਹਾਂ ਤਿਆਰੀ ਕਰ ਲਓ ਕਿਉਂਕਿ ਪੈਸ ਦੇ ਨਾਲ ਨਾਲ ਲੱਗਦਾ ਤੁਹਾਡਾ ਵਿਸ਼ੇਵਾਰ ਮਹੀਨਾਵਾਰ ਟੈਸਟ ਹੋਣ ਵਾਲਾ ਹੈ। ਸ਼ੁਕਰੀਆ।